ਔਜਲਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜਨ ਲਈ ਟਾਈਮ ਕੱਢਿਆ। ਕੀ ਕਹਿਣਾ ਚਾਹੋਗੇ? ਨਹੀਂ ਜੀ, ਪਹਿਲੀ ਗੱਲ ਤੇ ਕਿ ਜਿਹੜੀ ਇਸ ਵੇਲੇ COVID-19 ਕਰਕੇ ਮੁਸ਼ਕਲਾਂ ਦਾ ਸਾਹਮਣਾ ਸਾਰੇ ਬਾਹਰ ਬੈਠੇ ਵੀ ਕਰ ਰਹੇ ਆ, ਅਸੀਂ ਵੀ ਇੱਥੇ ਕਰ ਰਹੇ ਹਾਂ। ਬੜੀ ਸੰਜਮ ਦੀ ਸਥਿਤੀ ਬਣੀ ਹੋਈ ਆ ਔਰ ਹਾਲਾਤ ਜਿਹੜੇ ਨੇ ਬੜੇ ਖਤਰਨਾਕ ਨੇ। ਪਹਿਲੀ ਗੱਲ ਤੇ ਮੈਂ ਇਹੀ ਵਿਸ਼ ਕਰੂੰਗਾ ਕਿ ਸਾਰੇ परमात्मा की कृपा ਨਾਲ ਇਸ ਮਹਾਮਾਰੀ ਦੇ ਕਰੋਪ ਤੋਂ ਬਚ ਕੇ ਬਾਹਰ ਨਿਕਲਣ। ਬਿਲਕੁਲ ਜੀ, ਜਿਹੜੀ ਆਮ ਸ਼ੁਰੂ ਹੋਵੇ ਜੀ। ਬਿਲਕੁਲ। ਤੇ ਔਜਲਾ ਜੀ ਕੀ ਹਾਲਾਤ ਬਣੇ ਹੋਏ ਨੇ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ? ਹਾਲਾਤ ਦੇਖੋ ਜਿਹੜੇ ਅੰਮ੍ਰਿਤਸਰ ਤੇ ਸੀ ਪਰਸੋਂ ਤੱਕ ਤੇ ਬਿਲਕੁਲ ਠੀਕ ਸੀ, ਕਿਉਂਕਿ ਜਿਹੜਾ ਲੋਕਲ ਤੇ ਕੋਈ ਪੇਸ਼ੈਂਟ ਇਹਨੇ ਨਹੀਂ ਸੀ ਹਜੇ ਜੀ। ਕਰੀਬ 14 ਦੇ ਕਰੀਬ ਸੀ, ਇਹਨਾਂ ਚੋਂ 6 ਠੀਕ ਹੋ ਗਏ ਸੀ, ਬਾਕੀ ਐਡਮਿਟ ਸੀ ਜੀ। ਤੇ ਪਰ ਆ ਜਦੋਂ ਹਜ਼ੂਰ ਸਾਹਿਬ ਤੋਂ ਸੰਗਤਾਂ ਆਈਆਂ ਨੇ ਜੀ, ਥੋੜੇ ਦਿਨ ਪਹਿਲਾਂ ਜਿਹੜੇ ਆਪਣੇ ਤੌਰ ਤੇ ਆਏ ਸੀ ਕੁਝ ਯਾਤਰੀ ਤਰਨਤਾਰਨ ਸਾਹਿਬ ਦੇ, ਉਹਨਾਂ ਨੇ ਜਿਹੜਾ ਕੋਈ ਡਰਾਈਵਰ ਛੱਡ ਕੇ ਗਿਆ ਸੀ ਉਹਨੂੰ ਉੱਥੇ ਜਾ ਕੇ ਮਹਾਰਾਸ਼ਟਰ ਉਹ ਪੋਜ਼ਿਟਿਵ ਆ ਗਿਆ ਜੀ। ਠੀਕ ਹੈ ਜੀ, ਜਿਹੜਾ ਛੱਡਣ ਆਇਆ ਸੀ ਜੀ। ਬਿਲਕੁਲ, ਮੇ ਵੀ ਉਹਦੇ ਨਾਲ ਹੋ ਗਿਆ ਹੋਵੇ ਜੀ। ਤੇ ਗੁਰਜੀ ਚੌਲਾ ਜੀ, ਜਿਹੜਾ ਮੇਨ ਮੁੱਦਾ ਇਸ ਵੇਲੇ ਜਾਂ ਮੇਨ ਸਵਾਲ ਹੈਗਾ ਸਾਡਾ, ਹੈਲੋ ਹੋਣਗੇ ਜੀ ਔਜਲਾ ਜੀ, ਜਿਹੜਾ ਮੇਨ ਸਵਾਲ ਹੈ ਸਾਡਾ ਇਸ ਵੇਲੇ ਕਿ ਕਿੱਥੇ ਗਲਤੀ ਕਿੱਥੇ ਹੋਈ ਹੈ? ਕਿਉਂਕਿ ਬਹੁਤ ਵਧੀਆ ਕਿਤੇ ਇੰਤਜ਼ਾਮ ਕੀਤਾ ਗਿਆ ਸੀਗਾ, ਉੱਥੋਂ ਜਿਹੜੇ ਸ਼ਰਧਾਲੂ ਸੀਗੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਚਲਾਇਆ ਗਿਆ ਸੀ, ਕਿੱਥੇ ਗਲਤੀ ਹੋਈ ਹੈ? ਨਹੀਂ ਗਲਤੀ ਦੇਖੋ, ਗਲਤੀ ਇੱਥੇ ਸਾਡੀ ਕੋਈ ਨਹੀਂ ਕਿ COVID-19 ਤੇ ਕਿਸੇ ਨੂੰ ਵੀ ਹੋ ਸਕਦਾ, ਇਹਦਾ ਤੇ ਕੋਈ ਪਤਾ ਹੀ ਨਹੀਂ ਲੱਗਦਾ ਜੀ। ਬਿਲਕੁਲ, ਗਲਤੀ ਤੇ ਮਨੁੱਖ ਦੀ ਹੁੰਦੀ ਹੈ ਕਿ ਮਨੁੱਖ ਉਸ ਤੋਂ ਕਿੰਨਾ ਬਚਾਅ ਰੱਖਦਾ। ਇਹਨਾਂ ਨਹੀਂ ਬਚਾਅ ਰੱਖਿਆ ਹੋਊਗਾ, ਤੁਹਾਨੂੰ ਪਤਾ ਹੀ ਇਸ ਗੱਲ ਦਾ ਜੀ। ਬਿਲਕੁਲ, ਡਿਸਟੈਂਸਿੰਗ ਜ਼ਰੂਰੀ ਹੈ, ਹੱਥ ਧੋਣੇ ਜ਼ਰੂਰੀ ਨੇ। ਤੁਸੀਂ ਇਸ ਕੰਮ ਨੂੰ ਸਾਰੇ ਜਿੰਨੇ ਵੀ ਡਿਵੈਲਪ ਕੰਟਰੀਆਂ 'ਚ ਰਹਿ ਰਹੇ ਜਿਹੜੇ ਲੋਕ ਨੇ ਸਮਝਦੇ ਨੇ ਕਿ ਇਹਦੀ ਬਿਮਾਰੀ ਫੈਲਦੀ ਕਿਉਂ। ਬਿਲਕੁਲ ਔਜਲਾ ਸਾਹਿਬ, ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਜੀ, 1 ਮਿੰਟ। ਕਿਸੇ ਬੰਦੇ ਨੇ ਜਾਂ ਤੇ ਕੋਈ ਸਰਕਾਰੀ ਬੰਦੇ ਨੇ ਕੋਈ ਚੀਜ਼ ਇਹਨਾਂ ਨੂੰ ਖਵਾਤੀ ਹੋਵੇ, ਫਿਰ ਤੇ ਤੁਸੀਂ ਕਹੋ ਗਲਤੀ ਹੋ ਗਈ ਜੀ, ਉਹ ਬੰਦਾ ਸੀ ਇਦਾਂ ਦਾ ਜੀ। ਉਹ ਜਿਹੜੀ ਚੀਜ਼ ਆਪਾਂ ਨਹੀਂ ਪਰਹੇਜ਼ ਕਰਾਂਗੇ ਕਿਸੇ ਨੂੰ ਵੀ ਹੋ ਸਕਦਾ। ਬਿਲਕੁਲ ਔਜਲਾ ਸਾਹਿਬ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਨਾਲ ਇਸ ਵੇਲੇ ਲੋਕ ਸਭਾ ਮੈਂਬਰ ਔਜਲਾ ਸਾਹਿਬ ਜਿਹੜੇ ਨੇ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸੋ ਉਹਨਾਂ ਦੇ ਵਿਚਾਰ ਅਸੀਂ ਆਪਣੇ ਨਗਾਰਾ ਟੀਵੀ ਤੋਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਸੋ ਔਜਲਾ ਸਾਹਿਬ, ਇੱਕ ਸਾਡੇ ਪੱਤਰਕਾਰਾਂ ਦਾ ਇੱਥੇ ਫੋਨ ਆਇਆ ਸੀ, ਉਹ ਕਹਿੰਦੇ ਕਿ ਜਿੰਨੇ ਵੀ ਪੇਸ਼ੈਂਟ ਆਏ ਸੀ ਉੱਥੋਂ, ਜਿੰਨੇ ਸ਼ਰਧਾਲੂ ਆਏ ਸੀ ਹਜ਼ੂਰ ਸਾਹਿਬ ਤੋਂ, ਉਹ ਜਿੰਨੇ ਵੀ ਅੰਮ੍ਰਿਤਸਰ ਆਏ ਸੀ ਉਹਨਾਂ ਦਾ ਕਿਸੇ ਦਾ ਟੈਸਟ ਨਹੀਂ ਕੀਤਾ ਗਿਆ, ਬਗੈਰ ਟੈਸਟ ਤੋਂ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਇਹ 'ਚ ਕਿੰਨੀ ਕੁ ਸੱਚਾਈ ਹੈ ਜੀ? ਭਾਜੀ ਦੇਖੋ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਕਿਉਂ ਅਫਵਾਹਾਂ ਫੈਲਾਉਂਦੇ। ਮੈਨੂੰ ਤਾਂ ਗੰਭੀਰਤਾ ਨਾਲ ਗੱਲ ਨੂੰ ਸਮਝੋ ਵੀ ਹੈ ਕੀ ਆ। ਹਾਂਜੀ ਦੇਖੋ, ਟੈਸਟ ਕਿੱਟਾਂ ਦੇ ਆਲ ਓਵਰ ਵਰਲਡ ਹੀ ਸ਼ਾਰਟੇਜ ਹੈ ਜੀ। ਠੀਕ ਹੈ ਜੀ, ਟੈਸਟ ਕਿੱਟਾਂ ਇੰਨੀਆਂ ਅਵੇਲੇਬਲ ਹੁੰਦੀਆਂ ਤੇ ਫਿਰ ਤੇ ਸਾਰੇ ਅੰਮ੍ਰਿਤਸਰ ਤੇ ਕਰ ਦਿੰਦੇ ਅਸੀਂ ਜੀ। ਜੀ ਮਸਲਾ ਇਸ ਗੱਲ ਦਾ ਆ, ਜਿਹੜਾ ਸਕਰੀਨਿੰਗ ਕਰਨੀ ਹੁੰਦੀ ਆ, ਸਕਰੀਨਿੰਗ ਸਾਰੇ ਹੀ ਕਰਦੇ ਨੇ ਜਿੰਨੇ ਵੀ ਕੋਈ ਆਉਂਦੇ। ਸਕਰੀਨਿੰਗ ਕੀ ਹੈ? ਇੱਕ ਇਨਫਰਾਰੈਡ ਥਰਮਾਮੀਟਰ, ਉਹਦੇ ਨਾਲ ਟੈਂਪਰੇਚਰ ਚੈੱਕ ਕਰਨਾ, ਫਿਰ ਉਹਨੂੰ ਲੱਛਣ ਪੁੱਛਣੇ ਵੀ ਤੈਨੂੰ ਕੋਈ ਲੱਛਣ ਹੈਗੇ ਇਹਦੇ। ਹਾਂਜੀ ਜੀ, ਖੰਘ ਹੈਗੀ ਹੈ, ਕੋਈ ਸਾਹ ਔਖਾ ਆਉਂਦਾ, ਕੋਈ ਤੈਨੂੰ ਬੁਖਾਰ ਮਹਿਸੂਸ ਹੁੰਦਾ, ਕੋਈ ਸਰੀਰ ਟੁੱਟਦਾ ਭੱਜਦਾ ਜੀ। ਬਿਲਕੁਲ। ਔਰ ਇਹੀ ਸਕਰੀਨਿੰਗ ਜਿਹੜੀ ਆ ਤਕਰੀਬਨ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਦੇਖ ਰਹੇ ਜੇ, ਜਿਹੜੇ ਕੋਈ ਡਿਵੈਲਪ ਕੰਟਰੀਆਂ ਦੇ ਵਿੱਚ ਲੋਕੀ ਪਬਲਿਕ ਪਲੇਸ ਦੇ ਵਿੱਚ ਵੀ ਕੀ ਉਹਨਾਂ ਨੇ ਸੈਲਮੈਂਟਾਂ ਦੇ ਵਿੱਚ ਵੀ ਥਰਮਾਮੀਟਰ ਲੱਗੇ, ਦੂਰੋਂ ਚੈੱਕ ਕਰ ਰਹੇ ਵੀ ਕਿਸੇ ਨੂੰ ਟੈਂਪਰੇਚਰ ਤੇ ਨਹੀਂ ਹੈਗਾ ਜੀ। ਜਿਹੜੇ ਦੂਜੇ ਟੈਸਟ ਨੇ ਉਹ ਤੇ ਉਦੋਂ ਹੀ ਟੈਸਟ ਹੁੰਦੇ ਆ ਜਦੋਂ ਪੋਜ਼ਿਟਿਵ ਇੱਕ ਬੰਦਾ ਆ ਗਿਆ ਬਿਲਕੁਲ ਮਹਾਰਾਸ਼ਟਰ ਦਾ, ਬਾਕੀ ਉਸੇ ਵੇਲੇ ਕੁਆਰੰਟਾਈਨ ਕਰਕੇ ਟੈਸਟ ਕਰਦੇ। ਬਾਕੀ ਸਾਰੇ ਟੈਸਟ ਸਰਕਾਰ ਨੇ ਅਨਾਉਂਸ ਕਰਤਾ ਕਿ ਬਾਕੀ ਵੀ ਸਾਰੇ ਕਰੋ, ਕਿਉਂਕਿ ਇਹ ਸਾਰੇ ਹਜ਼ੂਰ ਸਾਹਿਬ ਤੋਂ ਆਏ ਸੀ, ਉੱਥੇ ਸਾਰੀ ਸੰਗਤ ਇਕੱਠੀ ਸੀ, ਕਿਤੇ ਬਾਕੀਆਂ ਨੂੰ ਨਾ ਹੋਇਆ ਹੋਵੇ। ਪਰ ਔਜਲਾ ਸਾਹਿਬ ਗੱਲ, ਸੌਰੀ ਔਜਲਾ ਸਾਹਿਬ, ਗੱਲ ਇਹ ਹੈ ਕਿ ਜੇ ਉਹ ਆਏ ਸੀ ਤਾਂ ਉਹਨੂੰ ਆਈਸੋਲੇਟ ਕਰਨਾ ਨਹੀਂ ਚਾਹੀਦਾ ਸੀ ਮੇਰਾ ਖਿਆਲ ਥੋੜੇ ਦਿਨਾਂ ਲਈ। ਭਾਜੀ ਨਹੀਂ, ਦੇਖੋ ਗੱਲ ਇਹ ਆ ਜਿਹੜੇ ਆਏ ਉਹਨਾਂ ਦੀ ਸਕਰੀਨਿੰਗ ਕਰਕੇ ਉਹਨਾਂ ਨੂੰ ਦੱਸਿਆ ਗਿਆ, ਕਹਿੰਦਾ ਵੀ ਆਹ ਤੁਸੀਂ ਪਰਹੇਜ਼ ਰੱਖਣੇ ਨੇ, ਸਾਰੇ ਕੁਆਰੰਟਾਈਨ ਘਰ ਚ ਹੁੰਦੇ ਆ। ਹੁਣ ਜਿੰਨੇ ਬੰਦੇ NRI ਬਾਹਰੋਂ ਆਏ ਸੀ ਪਿਛਲੇ ਸਮੇਂ 'ਚ ਜਦੋਂ ਇਹ ਕੰਮ ਸ਼ੁਰੂ ਹੋਇਆ, ਉਹਨਾਂ ਨੂੰ ਪੁੱਛੋ ਵੀ ਉਹਨਾਂ ਨੂੰ ਜਦੋਂ ਚੈੱਕ ਕਰਦੇ ਉਸ ਤੋਂ ਬਾਅਦ ਉਹਨਾਂ ਨੂੰ ਘਰ ਹੀ ਕਹਿਤਾ ਨੇ ਘਰੇ ਜਾ ਕੇ ਆਪਣੇ ਰਹਿਣਾ, ਤੁਸੀਂ ਆਹ ਚੀਜ਼ਾਂ ਫੋਲੋ ਕਰਨੀਆਂ ਜੀ। ਤੇ ਫਿਰ ਔਜਲਾ ਸਾਹਿਬ ਏਦਾਂ ਕਿਉਂ ਹੋਇਆ ਕਿ ਇੱਕ ਵਾਰੀ ਜਦੋਂ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ, ਸ਼ਰਧਾਲੂਆਂ ਨੂੰ ਘਰੇ ਭੇਜ ਦਿੱਤਾ ਗਿਆ, ਤੇ ਫਿਰ ਦੁਬਾਰਾ ਉਹਨਾਂ ਦਾ ਮੈਡੀਕਲ ਟੈਸਟ ਕਿਉਂ ਕਰਾਏ ਗਏ? ਪਹਿਲੇ ਸਟੈਪ ਦੇ ਉੱਤੇ ਕਿਉਂ ਨਹੀਂ ਮੈਡੀਕਲ ਟੈਸਟ? ਗੱਲ ਸਮਝੋ, ਗੱਲ ਭਾਈ ਸਾਹਿਬ ਗੱਲ ਸਮਝੋ। ਜਦੋਂ ਡਰਾਈਵਰ ਜਿਹੜਾ ਛੱਡ ਕੇ ਗਿਆ, ਜਦੋਂ ਪੋਜ਼ਿਟਿਵ ਆ ਗਿਆ ਜਾ ਕੇ ਮਹਾਰਾਸ਼ਟਰ ਦੇ, ਫਿਰ ਤੇ ਕਰਾਉਣੇ ਸੀ ਨਾ ਜੀ। ਅੱਜ ਜਿਹੜਾ ਵੀ ਇੱਥੇ ਪੋਜ਼ਿਟਿਵ ਆਉਂਦਾ, ਉਹਦੇ ਰਿਸ਼ਤੇਦਾਰਾਂ ਨੂੰ ਤਦ ਹੀ ਫੜਦੇ ਆ ਜਦੋਂ ਉਹਦਾ ਕੋਈ ਬੰਦਾ ਕੋਈ ਪਤਾ ਲੱਗ ਜਾਂਦਾ ਵੀ ਇਹ ਪੋਜ਼ਿਟਿਵ ਆ ਗਿਆ, ਤਦ ਉਹਦੇ ਆਲੇ ਦੁਆਲੇ ਦੇ ਟੈਸਟ ਹੁੰਦੇ ਨੇ ਜੀ। 25 ਲੱਖ ਦੀ ਆਬਾਦੀ ਹੈ, ਇੰਨੀ ਤਾਂ ਕਿਟਸ ਹੀ ਨਹੀਂ ਹੈਗੀਆਂ ਸਾਰੇ ਹਿੰਦੁਸਤਾਨ ਕੋਲ ਜੀ। ਬਿਲਕੁਲ ਵਰਲਡ ਚੋਂ ਨਹੀਂ ਮਿਲ ਰਹੀਆਂ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਇੱਕੋ ਇਹਦੇ ਵਿੱਚ ਇਹਦੀ ਗੰਭੀਰਤਾ ਨੂੰ ਸਮਝੋ। ਜਿਹੜਾ ਕੋਈ ਇੱਕ ਬਿਆਨ ਦੇ ਦਿੰਦਾ ਵਿਰੋਧ, ਜਿਹੜਾ ਵੀ ਕੋਈ ਇਸ ਸਮੇਂ ਦੇ ਵਿੱਚ ਇਹਦੀ ਨਹੀਂ ਜਾਗ ਨੂੰ ਤਾਂ ਸਮਝਦਾ ਨਹੀਂ, ਤੇ ਉਹ ਬਿਆਨ ਦੇ ਦਿੰਦਾ ਜੀ ਇਹਨਾਂ ਟੈਸਟ ਨਹੀਂ ਕੀਤੇ। ਟੈਸਟ ਤੇ ਦੇਖੋ, ਤੁਸੀਂ ਇੱਕ ਗੱਲ ਨੂੰ ਸਮਝੋ, ਜਿੰਨੇ ਵੀ ਹੁੰਦੇ ਨੇ
ਜਿੱਥੇ ਸ਼ੱਕੀ ਨਿਕਲ ਆਉਂਦਾ ਜਾਂ ਪੋਜ਼ਿਟਿਵ ਪਾਇਆ ਜਾਂਦਾ, ਉਹਦਾ ਆਲਾ ਦੁਆਲਾ ਉਹਨੂੰ ਮਿਲਣ ਗਿਲਣ ਵਾਲੇ ਉਹਦੇ ਕੋਲ ਨਾਂ ਪੁੱਛ ਕੇ ਵੀ ਕਿਹਨੂੰ ਮਿਲਿਆ ਸੀ, ਕਿੱਥੇ ਗਿਆ ਸੀ, ਕਿੰਨੇ ਬੰਦੇ ਤੇਰੇ ਲੱਗੇ ਸੀ, ਉਹ ਸਾਰੇ ਚੱਕ ਕੇ ਟੈਸਟ ਕਰੀ ਜਾਏ। ਠੀਕ ਹੈ। ਤੇ ਔਜਲਾ ਸਾਹਿਬ ਇੱਕ ਹੋਰ ਸਵਾਲ ਹੈ ਕਿ ਹੁਣ ਚਲੋ ਇਹ ਜੋ ਹੋ ਗਿਆ ਉਹ ਤੇ ਹੋ ਗਿਆ, ਅੱਗੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਇਸ ਚੀਜ਼ ਨੂੰ ਟੈਕਲ ਕਰਨ ਦੇ ਲਈ? ਦੇਖੋ ਹੁਣ ਸਾਰਿਆਂ ਦੇ ਟੈਸਟ ਹੋ ਰਹੇ ਨੇ ਜੀ, ਕੁਝ ਕਾਫੀ ਕੇਸ ਜਿਹੜੇ ਪੋਜ਼ਿਟਿਵ ਆ ਰਹੇ ਨੇ ਔਰ ਉਹਨਾਂ ਨੂੰ ਹਸਪੀਟਲ ਚ ਆਈਸੋਲੇਟ ਕਰਤਾ, ਆਈਸੋਲੇਟ ਵਾਰਡਾਂ ਬਣੀਆਂ ਨੇ, ਉੱਥੇ ਰੱਖਿਆ ਆ, ਉੱਥੇ ਸਾਰਾ ਸਰਕਾਰ ਦਾ ਹੀ ਪ੍ਰਬੰਧ ਹੈ ਔਰ ਕੁਆਰੰਟਾਈਨ ਵੀ ਜਿਹੜਾ ਉਹ ਇੱਥੇ ਹੀ ਰੱਖਿਆ ਸਰਕਾਰ ਦੇ ਨਿਗਰਾਨੀ ਹੇਠ। ਇਹ ਨਹੀਂ ਕਿ ਘਰ ਤੁਸੀਂ ਚਲੇ ਜਾਓ, ਜਿੰਨਾ ਚਿਰ ਜਿਹੜੇ ਭਾਵੇਂ ਪੋਜ਼ਿਟਿਵ ਹੈ ਚਾਹੇ ਨੈਗੇਟਿਵ ਹੈ, ਸਾਰੇ ਜਿਹੜੇ ਨੈਗੇਟਿਵ ਹੈ ਉਹ ਵੀ 21 ਦਿਨ ਸਰਕਾਰ ਦੀ ਨਿਗਰਾਨੀ ਹੇਠ ਰਹਿਣਗੇ, ਬਾਹਰ ਉਹਨਾਂ ਦੇ ਘਰਾਂ ਤੋਂ ਦੂਰ ਰਹਿਣਗੇ। ਤੇ ਕਿ ਤੁਸੀਂ ਘਰਾਂ ਦੇ ਵਿੱਚ ਚਲੇ ਜਾਓਗੇ ਜਾਂ ਕੁਆਰੰਟਾਈਨ ਘਰ ਕਰ ਲੋਗੇ ਤਾਂ ਨਹੀਂ ਕੁਝ ਵੀ ਹੈਗਾ ਜੀ। ਤੇ ਔਜਲਾ ਸਾਹਿਬ ਜਿਹੜਾ ਹਰਸਿਮਰਤ ਹੋਣਾ ਦਾ ਬਿਆਨ ਆਇਆ ਸੀ, ਇਹ ਉਹਨਾਂ ਨੇ ਵਾਹਵਾ ਖੱਟਣ ਲਈ ਕੀਤਾ ਜਾਂ ਉਹਨਾਂ ਦਾ ਕੋਈ ਯੋਗਦਾਨ ਹੈਗਾ ਇਹਨਾਂ ਵਿੱਚ? ਬੱਸਾਂ ਜਿਹੜੀਆਂ ਉਹ ਕਹਿੰਦੇ ਕਿ ਸੈਂਟਰ ਤੋਂ ਅਸੀਂ ਪਰਮਿਸ਼ਨ ਦਵਾਈ ਆ। ਦੇਖੋ ਮੈਂ ਇੱਕ ਗੱਲ ਕਰਾਂ, ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਇਹਦੇ 'ਚ ਕੋਈ ਜੋ ਮਰਜ਼ੀ ਕਹੀ ਜਾਵੇ, ਜੋ ਅਸਲੀਅਤ ਹੈ ਸਭਨਾਂ ਨੂੰ ਪਤਾ ਆ। ਜਦੋਂ ਚਿੱਠੀ ਸੀਐਮ ਸਾਹਿਬ ਨੇ ਲਿਖੀ ਹੈ, ਜਦੋਂ ਗੱਲਬਾਤ ਹੋਈ ਹੈ, ਹਾਂਜੀ, ਜਦੋਂ ਸਾਰੀ ਸੰਗਤ ਨੇ ਬਾਹਰੋਂ ਵੀ ਪੰਜਾਬ ਚੋਂ ਵੀ ਕਿਹਾ ਕਿ ਹਰ ਹਾਲਤ ਉਹਨਾਂ ਨੂੰ ਬੁਲਾਓ ਜੀ, ਠੀਕ ਹੈ, ਮੰਤਰੀ ਨਾਲ ਗੱਲ ਕੀਤੀ ਕਿਉਂਕਿ ਪਾਸ ਬਣਦਾ ਬਾਈ ਰੋਡ ਆਉਂਦਾ। ਦੂਜੀ ਸਟੇਟ ਜਿਹੜੀ ਹੈ ਜਿਵੇਂ ਤੁਸੀਂ ਰਾਜਸਥਾਨ ਹੋ, ਆਪਣੇ ਜੋ ਲੰਘਣ ਹੀ ਨਹੀਂ ਦਿੰਦੇ, ਉਹ ਕਹਿੰਦੇ ਅਸੀਂ ਨਹੀਂ ਲੰਘਣ ਦਿੰਦੇ, ਜੇ ਲੰਘੂਗਾ ਤੇ ਅਸੀਂ 15-20 ਦਿਨ ਇੱਥੇ ਰੱਖਾਂਗੇ ਬੰਦਾ। ਅੱਛਾ ਜੀ, ਠੀਕ ਆ। ਕਿੰਨੇ ਬੰਦੇ ਜਿਹੜੇ ਸ਼ਰਧਾਲੂ ਆਪਣੇ ਆਪ ਚੱਲ ਕੇ ਆ ਗਏ ਕਿਸੇ ਟੈਕਸੀ ਕਰਕੇ ਪਿੰਡਾਂ ਮੁੰਡਾ ਰਹੀ, ਉਹ ਸਾਰੇ ਉਹਨਾਂ ਰਾਜਸਥਾਨ ਚ ਫੜ ਕੇ ਅੰਦਰ ਕਰਤੇ। ਠੀਕ ਹੈ ਜੀ। ਜਿੰਨਾ ਚਿਰ ਇੱਕ ਨੈਸ਼ਨਲ ਪਾਸ ਨਹੀਂ ਬਣਦਾ ਇਹ ਆ ਨਹੀਂ ਸਕਦੇ। ਸੋ ਸੀਐਮ ਸਾਹਿਬ ਨੇ, ਮੈਂ ਹਰਸਿਮਰਤ ਨੂੰ ਉਹਨਾਂ ਵੀ ਐਫਰਟ ਕੀਤੇ ਹੋਣਗੇ, ਪਰ ਇਹ ਕਹਿ ਦੇਣਾ ਕਿ ਮੈਂ ਹੀ ਕੀਤਾ ਕਿਸੇ ਨੇ ਨਹੀਂ ਕੀਤਾ, ਇਹ ਗੱਲ ਗਲਤ ਹੈ। ਠੀਕ ਹੈ ਜੀ। ਜੇ ਅੱਜ ਤੁਸੀਂ ਦੇਖੋ ਅੱਜ ਕੋਵਿਡ-19 ਦੇ ਜੇ ਪੇਸ਼ੈਂਟ ਨਾ ਹੁੰਦੇ, ਜੇ ਸਫਰ ਦੇ ਕਰੋ ਸੌਰੀ ਹਜ਼ੂਰ ਸਾਹਿਬ ਤੋਂ ਸੰਗਤ ਨਾ ਆਉਂਦੀ ਤੇ ਜ਼ਿੰਮੇਵਾਰ ਕਿਹਨੂੰ ਠਹਿਰਾਉਣਾ ਸੀ ਤੁਸੀਂ? ਪੰਜਾਬ ਸਰਕਾਰ ਨੂੰ। ਬਿਲਕੁਲ ਜੀ, ਉਹ ਆ ਗਏ ਆ ਤੇ ਹੁਣ ਕੌਣ ਹੈ ਜੀ ਮੈਂ ਲੈਂਦੇ ਜੀ? ਔਜਲਾ ਸਾਹਿਬ ਇੱਕ ਹੋਰ ਜਿਹੜਾ ਐਫਰਟ ਕੀਤਾ ਹੋਊਗਾ, ਇੱਕ ਹੋਰ ਸਵਾਲ ਮੇਰੇ ਜਿਹੜੇ ਬਹੁਤ ਸਾਰੇ ਦਰਸ਼ਕਾਂ ਦੇ ਵੀ ਹੋਏਗਾ ਕਿ ਪੰਜਾਬ ਨੂੰ ਹਮੇਸ਼ਾ ਹੀ ਕਿਤੇ ਨਾ ਕਿਤੇ ਪੰਜਾਬ ਨੂੰ ਪਿੱਛੇ ਧੱਕਿਆ ਜਾਂਦਾ, ਉਹਨੂੰ ਕਿਸੇ ਨਾ ਕਿਸੇ ਚੀਜ਼ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ, ਜਦ ਕਿ ਪੰਜਾਬ ਇੱਕ ਸੋਨੇ ਦੀ ਚਿੜੀ ਆਪਾਂ ਕਹਿ ਸਕਦੇ ਹਾਂ। ਤੇ ਕੀ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਤੇ ਫਿਰ ਬਲੇਮ ਸੁੱਟਿਆ ਜਾਏਗਾ ਸੈਂਟਰ ਵੱਲੋਂ, ਜੇ ਇੱਥੇ ਕੇਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ, ਖਾਸ ਕਰ ਸਿੱਖਾਂ ਉੱਤੇ? ਜੀ ਹਾਂਜੀ, ਨਹੀਂ ਕਾਹਦਾ ਬਲੇਮ ਹੈ ਜੀ? ਇਹ ਤੇ ਕਿਤੇ ਵੀ ਬਿਮਾਰੀ ਆ ਸਕਦੀ, ਕਿੰਨੇ ਬਲੇਮ ਕਰਨਾ ਹੈ? ਨਹੀਂ ਆ ਤੇ ਸਕਦੀ ਹੈ। ਆ ਤੇ ਐਵੇਂ ਮਤਲਬ ਤੁਸੀਂ ਅਗਾਂਹ ਸਿੱਖਾਂ ਦਾ ਹੋ ਗਿਆ, ਮੁਸਲਮਾਨਾਂ ਦਾ ਹੋ ਗਿਆ। ਦੇਖੋ ਬਿਮਾਰੀ ਸਿੱਖ ਵੇਖ ਕੇ ਲੱਗੀ ਹੈ ਸਰ, ਸਿੱਖ ਦੇਖ ਕੇ ਨਹੀਂ ਲੱਗੀ, ਪਰ ਲੱਗਣੀਆਂ ਕੋਈ ਜਾਤ ਧਰਮ ਨੂੰ ਲੱਗਦੀਆਂ ਨੇ। ਇਹ ਤੇ ਐਵੇਂ ਉਹ ਲੋਕ ਗੱਲਾਂ ਕਰ ਰਹੇ ਨੇ ਜਿਨ੍ਹਾਂ ਨੂੰ ਆਪਣੇ ਭਵਿੱਖ ਦਾ ਖਤਰਾ ਹੈ ਵੀ ਲੋਕ ਸਾਡੀ ਗੱਲ ਕਿੰਨੀ ਕੁ ਸੁਣਨਗੇ, ਸਾਡੇ ਗੱਲ ਤੇ ਕਿੰਨਾ ਕੁ ਗੌਰ ਕਰਨਗੇ। ਉਹ ਲੋਕ ਇਹ ਜਿਹੜੀਆਂ ਨੇ, ਇਹ ਮਤਲਬ ਮੈਂ ਸਮਝਦਾ ਕਿ ਇਹ ਬੜੀਆਂ ਦੂਰ ਨੇ ਇਨਸਾਨੀਅਤ ਤੋਂ ਗੱਲਾਂ ਜਿਹੜੀਆਂ ਕਰ ਰਹੇ ਨੇ। ਕਿੰਨੇ ਜਿਸ ਤਰ੍ਹਾਂ ਹੋਇਆ ਸਰ ਮੀਡੀਆ ਕਹਿ ਰਿਹਾ ਕੀ ਨਹੀਂ, ਇੱਕ ਮਿੰਟ ਮਾਫ ਕਰਨਾ ਜੀ, ਉਹ ਹਜ਼ੂਰ ਸਾਹਿਬ ਤੋਂ ਆਏ ਤੇ ਉਹਨੂੰ ਕੀ ਕਹਿ ਦੇਣ, ਇਹ ਮੰਦਰ ਉੱਥੋਂ ਕਿਸੇ ਮਤਲਬ ਮਾਤਾ ਵੈਸ਼ਨੋ ਦੇਵੀ ਦੇ ਜਾਂ ਕਿਤੇ ਹੋਰ ਤੋਂ ਆਏ ਆ? ਨਹੀਂ ਇਹ ਗੱਲ ਨਹੀਂ, ਜਿਸ ਤਰ੍ਹਾਂ ਜਿੱਥੋਂ ਆਏ ਨਾ ਤੇ ਉੱਥੋਂ ਦਾ ਲਿਆ ਜਾਊਗਾ ਨਾ। ਹੁਣ ਲੋਕੀ ਇਹਨੂੰ ਕਹੀ ਜਾਂਦੇ ਹਜ਼ੂਰ ਸਾਹਿਬ ਦਾ ਨਾਂ ਕਿਉਂ ਲੈ ਰਹੇ? ਇਹ ਗਲਤ ਗੱਲਾਂ ਨੇ। ਦੇਖੋ ਜਿੱਥੋਂ ਆਏ, ਜੇ ਅਸੀਂ ਉਹ ਗੁਰੂ ਦਾ ਘਰ ਆ, ਜੇ ਬਿਮਾਰੀ ਜੇ ਅਸੀਂ ਰੱਬ ਨੂੰ ਮੰਨਦੇ ਆ ਤੇ ਇੱਕ ਗੱਲ ਵੀ ਮੰਨੋ ਕਿ ਇਹ ਬਿਮਾਰੀ ਜਿਹੜੀ ਕੁਦਰਤ ਦੀ ਖੇਡ ਆ। ਜੀ ਬਿਲਕੁਲ ਔਜਲਾ ਸਾਹਿਬ, ਇੱਥੋਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਜੇ ਬੱਸਾਂ ਲੈਣ ਗਈਆਂ, ਕੋਈ ਸਾਧਨ ਬਣੇ ਨੇ, ਕੁਦਰਤ ਦੀ ਖੇਡ ਹੋਊਗੀ ਨਾ। ਜੀ ਬਿਲਕੁਲ ਔਜਲਾ ਸਾਹਿਬ, ਇੱਕ ਹੋਰ ਜੇ ਕੁਦਰਤ ਕਹਿ ਰਹੀ, ਇੱਕ ਮਿੰਟ ਮਾਫ ਕਰਨਾ, ਜੇ ਕੁਦਰਤ ਤੁਹਾਨੂੰ ਕਹਿ ਰਹੀ, ਤੁਹਾਡੇ ਸਾਇੰਟਿਸਟ ਕਹਿ ਰਹੇ, ਇੱਥੇ ਤੇ ਤੁਸੀਂ ਹਰ ਗੱਲ ਮੰਨ ਲੈਂਦੇ ਜੇ। ਗੁਰਦਾਰੇ ਵੀ ਲੋਕਡਾਊਨ, ਕੋਈ ਗੁਰਦਾਰੇ ਗਿਆ ਉਦੋਂ ਦਾ ਮੈਨੂੰ ਦੱਸੋ, ਕੋਈ ਜਾਂਦਾ ਨਹੀਂ, ਸਿਰਫ ਮਰਿਆਦਾ ਵਾਸਤੇ ਸਿੰਘ ਉੱਥੇ ਹੈਗੇ। ਬਿਲਕੁਲ ਸਹੀ ਹੈ ਜੀ। ਇੱਥੇ ਜਿੱਦ ਕੇ ਜਾਂਦੇ ਆ, ਇੱਥੇ ਉਹ ਚੀਜ਼ਾਂ ਤੁਸੀਂ ਇੱਥੇ ਕਾਨੂੰਨ ਕਿਉਂ ਨਹੀਂ, ਆਪਾਂ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਹਾਮੀ ਭਰਦੇ ਸਾਰੇ? ਨਹੀਂ, ਮੈਂ ਇਹ ਗੱਲ ਕਹਿੰਦਾ ਸੀ ਔਜਲਾ ਸਾਹਿਬ, ਜਿਹੜੇ ਕਹਿੰਦੇ ਨੇ ਨਹੀਂ ਜੀ ਇਹ ਔਜਲਾ ਸਾਹਿਬ, ਮੈਂ ਇਹ ਗੱਲ ਕਰਨੀ ਚਾਹੁੰਦਾ ਸੀ, ਜਿਹੜੇ ਮੀਡੀਆ ਨੇ ਕਿਹਾ ਸੀ ਪਹਿਲਾਂ ਤਾਂ ਐਨਆਰਆਈ ਨੂੰ ਕਹਿਤਾ ਕਿ ਐਨਆਰਆਈ ਨੇ ਲਿਆ ਕੇ ਇੱਥੇ ਫੈਲਾ ਦਿੱਤਾ, ਹੁਣ ਉਹ ਨਹੀਂ ਕਹਿਤਾ ਜਿਹੜੇ ਹਜ਼ੂਰ ਸਾਹਿਬ ਤੋਂ ਸਿੱਖ ਆਏ ਆ ਉਹਨਾਂ ਨੇ ਬਹੁਤ ਫੈਲਾਤਾ ਪੰਜਾਬ ਦੇ ਵਿੱਚ। ਗੱਲ ਨੂੰ ਇੱਕ ਗੱਲ ਨੂੰ ਸਮਝੋ, ਇੱਕ ਗੱਲ ਨੂੰ ਸਮਝੋ ਸਾਰੇ ਮੇਰੇ ਭਰਾ ਜੇ। ਐਨਆਰਆਈ ਕੌਣ ਨੇ? ਸਾਡੇ ਹੀ ਐਨਆਰਆਈ ਨੇ। ਕੌਣ ਨੇ? ਇੱਥੋਂ ਪੰਜਾਬੀ ਨੇ। ਬਿਲਕੁਲ, ਕੋਈ ਬਾਹਰੋਂ ਤਾਂ ਨਹੀਂ ਹੈਗੇ, ਧਰਤੀ ਦੇ ਹੀ ਨੇ, ਇਹੋ ਹੀ ਨੇ, ਪੰਜਾਬੀ ਨੇ। ਮਸਲਾ ਇਹ ਹੁੰਦਾ ਹੁਣ ਕਿਸੇ ਨੂੰ ਡਿਫਾਈਨ ਗੱਲ ਨੂੰ ਕਿਵੇਂ ਕਹਿਣਾ। ਹੁਣ ਤੁਹਾਨੂੰ ਇੱਕ ਗੱਲ ਦਾ ਪਤਾ ਵੀ ਜੇ ਚੀਨ ਤੋਂ ਇੱਥੋਂ ਤੱਕ ਆਇਆ ਤੇ ਕਿੱਦਾਂ ਆਇਆ? ਜੀ ਬਿਲਕੁਲ, ਬਾਈ ਏਅਰ ਹੀ ਆਇਆ ਨਾ। ਬਾਈ ਏਅਰ ਚ ਕੋਈ ਚਾਈਨੀਜ਼ ਆਏ ਹੋਣਗੇ, ਕੁਛ ਆਏ ਹੋਣਗੇ, ਆਏ ਨਾ। ਇੱਥੇ ਵੀ ਹੁਣ ਕੀ ਕਵਾਂਗੇ ਵੀ ਇਹ ਜਿਹੜਾ ਟ੍ਰੇਨ ਤੇ ਆਇਆ ਉਹਦੇ ਨਾਲ ਹੋ ਗਿਆ, ਰੇਲ ਯਾਤਰੀਆਂ ਨਾਲ ਹੋ ਗਿਆ। ਹੁਣ ਜਿਹੜਾ ਬਾਹਰੋਂ ਆਇਆ ਉਹਨੂੰ ਕੀ ਕਹਿੰਦੇ? ਐਨਆਰਆਈ ਸੀ ਕਹਿੰਦੇ ਨਾ ਜੀ। ਆਖਿਆ ਵੀ ਜਿਹੜੇ ਐਨਆਰਆਈ, ਜੋ ਸਰਕਾਰ ਨੇ ਇੱਕ ਬੇਨਤੀ ਕੀਤੀ ਕਿ ਤੁਸੀਂ ਸਾਰੇ ਆਪੋ ਆਪਣੇ ਟੈਸਟ ਕਰਾ ਲਓ, ਸਕਰੀਨਿੰਗ ਕਰਾ ਲਓ,
ਤਾਂ ਕਿ ਕੋਈ ਮੁਸ਼ਕਲ, ਕਿਉਂਕਿ ਇਹ ਬਾਹਰੋਂ ਆ ਰਹੀ ਆ ਜੀ। ਠੀਕ ਹੈ ਜੀ। ਹੁਣ ਜਦੋਂ ਉਹਨਾਂ ਨੂੰ ਕਿਹਾ, ਸਾਰੇ ਐਨਆਰਆਈ ਲੁਕਣੇ ਸ਼ੁਰੂ ਹੋ ਗਏ, ਕਿਸੇ ਨੇ ਲੱਭਣਾ ਨਾ, ਪੁਲਿਸ ਮਗਰ ਉਹਨਾਂ ਦੇ ਵੀ ਭਾਈ ਸਾਨੂੰ ਦੱਸੋ ਤੁਸੀਂ। ਉਹਦਾ ਫਾਇਦਾ ਕਿਹਨੂੰ ਆ ਜੀ? ਐਨਆਰਆਈ ਨੂੰ ਆਪਣੇ ਆਪ ਨਹੀਂ ਇੰਡੀਵਿਜੂਅਲ ਫਾਇਦਾ। ਜੀ ਬਿਲਕੁਲ ਬਿਲਕੁਲ ਫਾਇਦਾ ਜੀ। ਔਜਲਾ ਸਾਹਿਬ ਇੱਕ ਟੌਪਿਕ ਤੋਂ ਆਪਾਂ ਇੱਕ ਗੱਲ ਫੜ ਲੈਨੇ, ਮਾਫ ਕਰਨਾ, ਵੇਖੋ ਮੈਂ ਤੁਹਾਡੇ ਰੇਡੀਓ ਰਾਹੀਂ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ। ਬਿਲਕੁਲ ਇੱਕ ਗੱਲ ਫੜ ਲੈਨੇ ਜੀ, ਐਨਆਰਆਈ ਨੂੰ ਬਦਨਾਮ ਕਰਤਾ। ਐਨਆਰਆਈ ਨੂੰ ਯਾਰ ਕਿਉਂ ਬਦਨਾਮ ਆ? ਕੀ ਇਹ ਜਿਹੜਾ ਟੈਸਟ ਸੀ ਉਹਦੇ ਫਾਇਦੇ ਲਈ ਹੈ ਕਿ ਸਰਕਾਰ ਦੇ ਫਾਇਦੇ ਲਈ? ਮੈਨੂੰ ਦੱਸੋ ਜੀ। ਬਿਲਕੁਲ ਸਹੀ ਹੈ ਜੀ। ਇਹ ਗੱਲਾਂ, ਇਹ ਜਿਹੜੀਆਂ ਉਹ ਗੱਲਾਂ ਕਰਦੇ ਨੇ ਜਿਨ੍ਹਾਂ ਲੋਕਾਂ ਦਾ ਕੋਈ ਵਜੂਦ ਨਹੀਂ, ਜਿਨ੍ਹਾਂ ਨੂੰ ਰਾਜਨੀਤੀ ਦਾ ਕੋਈ ਮਤਲਬ ਸਮਝਦੇ ਵੀ ਸ਼ਾਇਦ ਇਹਦੇ ਚੋਂ ਸਹੀ ਕੁਝ ਕੱਢ ਲਾਂਗੇ। ਇਹ ਉਹਨਾਂ ਦੀ ਖੇਡ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਐਨਆਰਆਈ ਵੀ ਸਾਡੇ ਆ, ਅਸੀਂ ਉਹਨਾਂ ਦੇ ਆ, ਤੇ ਮੇਰੇ ਤੇ ਆਪਣੇ ਸਾਰੀ ਰਿਸ਼ਤੇਦਾਰੀ ਬਾਹਰ ਆ। ਜੀ ਬਿਲਕੁਲ ਔਜਲਾ ਸਾਹਿਬ, ਬੜੀ ਅਸੀਂ ਦੇਖੋ ਸਰਕਾਰ ਨੇ ਤੇ ਕਹਿਣਾ ਸੀ ਨਾ ਵੀ ਕਿਰਪਾ ਕਰਕੇ ਤੁਸੀਂ ਬਾਹਰ ਆ ਜਾਓ, ਬਾਹਰ ਆ ਕੇ ਆਪਣੇ, ਸਾਨੂੰ ਲੋਕਾਂ ਨੇ ਅਪਰੋਚ ਕੀਤੇ, ਸਾਡੇ ਬੰਦੇ ਜਿਹੜੇ ਇੱਥੇ ਆਏ, ਭਾਜੀ ਅਸੀਂ ਨਹੀਂ ਜਾਣਾ, ਅਸੀਂ ਨਹੀਂ ਦੱਸਣਾ। ਇਹਨਾਂ ਨੂੰ ਡਰ ਸੀ ਕਿ ਜੇ ਮੈਂ ਨਿਕਲ ਆਇਆ ਮੈਨੂੰ ਕੁਆਰੰਟਾਈਨ ਕਰ ਦੇਣਾ, ਫਿਰ ਪਤਾ ਨਹੀਂ ਕੀ ਹੋਣਾ। ਹਾਂ, ਅੰਦਰ ਬਿਮਾਰੀ ਰਹਿ ਜੇ ਉਹ ਮਨਜ਼ੂਰ ਹੈ ਆਪਾਂ। ਬਿਲਕੁਲ, ਮੈਂ ਵੀ ਗੱਲ ਤੁਹਾਡੇ ਨਾਲ ਸਹਿਮਤ ਹਾਂ ਕਿ ਕਈ ਐਨਆਰਆਈ ਜਿਹੜੇ ਉਹ ਡਰ ਗਿਆ ਕਿ ਪਤਾ ਨਹੀਂ ਸਾਡਾ ਹਸਪਤਾਲ ਵਿੱਚ ਜਾ ਕੇ ਕੀ ਸਲੂਕ ਹੋਊਗਾ ਸਾਡਾ। ਮਾਫ ਕਰਨਾ, ਕਈ ਨਹੀਂ ਬਹੁਤ ਜ਼ਿਆਦਾ, ਕਈ ਨਹੀਂ ਬਹੁਤ ਜ਼ਿਆਦਾ ਜੀ। ਬਿਲਕੁਲ। ਤੇ ਔਜਲਾ ਸਾਹਿਬ ਬਹੁਤ ਵਧੀਆ ਗੱਲ ਕਹਿ ਰਹੇ ਹੋ ਤੁਸੀਂ, ਕਿਉਂਕਿ ਬਹੁਤ ਫੇਅਰਲੈਸ ਹੋ ਕੇ ਜਿਹੜਾ ਤੁਸੀਂ ਸਾਡੇ ਨਾਲ ਜੁੜੇ ਹੋ, ਦਰਸ਼ਕਾਂ ਤੱਕ ਇਹ ਗੱਲਾਂ ਵੀ ਪਹੁੰਚਣਗੀਆਂ। ਔਜਲਾ ਸਾਹਿਬ ਇੱਕ ਹੋਰ ਜਿਹੜਾ ਸਵਾਲ ਸੀਗਾ ਮੇਰਾ ਇਸ ਵੇਲੇ, ਪੰਜਾਬ ਮਾਲਾ ਦੇ ਬਾਰੇ, ਜਿਹੜੀ ਭਾਰਤ ਮਾਲਾ ਦੀ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਸੀਗਾ ਕਿ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਹੈ, ਕੀ ਅੰਮ੍ਰਿਤਸਰ ਉਹਦਾ ਪਾਰਟ ਨਹੀਂ ਹੈ? ਇਹ ਸੱਚੀ ਗੱਲ ਹੈ? ਦੇਖੋ ਜੀ, ਭਾਰਤ ਮਾਲਾ ਜਿਹੜਾ ਪ੍ਰੋਜੈਕਟ ਸੀ ਇਹ ਅੰਮ੍ਰਿਤਸਰ ਕਰਕੇ ਹੀ ਬਣਿਆ ਸੀ। ਜਿਹੜਾ ਭਾਰਤ ਮਾਲਾ ਇੱਕ ਨਹੀਂਗਾ, ਭਾਰਤ ਮਾਲਾ ਦੇ ਵਿੱਚ ਅਲੱਗ-ਅਲੱਗ ਜਿਹੜੇ ਕੋਸਟਲ ਤੇ ਬਾਰਡਰ ਡਿਸਟ੍ਰਿਕਟ ਨੇ ਉਹਨਾਂ ਨੂੰ ਸੈਂਟਰ ਨਾਲ ਜੋੜਿਆ ਗਿਆ ਜੀ ਸਿੱਧੇ ਤੌਰ ਤੇ। ਇਹਦਾ ਮਕਸਦ ਇਹ ਹੈ ਕਿ ਇਹਦੇ ਨਾਲ ਇਕਨੋਮਿਕ ਫਰੇਟ ਕੋਰੀਡੋਰ ਬਣਨੇ ਨੇ ਜੀ, ਇਹਦੇ ਨਾਲ ਲੌਜਿਸਟਿਕ ਪਾਰਕ ਬਣਨੇ ਨੇ, ਜਿੱਦਾਂ ਜਿਹੜੇ ਵੱਡੇ ਟਰੱਕ ਆਉਣਗੇ ਉੱਥੇ ਰੱਖਣਗੇ, ਅੱਗੋਂ ਗਾਂ ਛੋਟੇ ਸ਼ਹਿਰਾਂ ਨੂੰ ਡਿਵਾਈਡ ਹੋਊਗਾ। ਤੇ ਇਹ ਜਿਹੜਾ ਸੀ ਅੰਮ੍ਰਿਤਸਰ ਤੇ ਦਿੱਲੀ ਦੇ ਵਿਚਕਾਰ ਬਣਿਆ ਵਾ, ਇਹ ਨਾ ਕਿ ਗੁਰਦਾਸਪੁਰ ਜਾਂ ਨਾ ਕਿ ਭਲੱਥ ਜਾਂ ਕਿਸੇ ਹੋਰ ਦੇ ਵਿਚਕਾਰ ਬਣਿਆ। ਜਿਹੜਾ ਪਹਿਲਾ ਜਿਹੜੀ ਅਲਾਈਨਮੈਂਟ ਇਹਦੀ ਬਣੀ ਆ ਉਹ ਅੰਮ੍ਰਿਤਸਰ ਦੀ ਪ੍ਰਮੁੱਖਤਾ ਨੂੰ ਰੱਖ ਕੇ ਬਣੀ, ਅੰਮ੍ਰਿਤਸਰ ਦੀ ਇਤਿਹਾਸਿਕ ਮਹੱਤਤਾ ਨੂੰ ਰੱਖ ਕੇ ਬਣੀ, ਲੋਕਾਂ ਦੇ ਪਿਆਰ ਜਿੱਦਾਂ ਲੋਕ ਆਉਂਦੇ ਨੇ ਉਹਦੇ ਕਰਕੇ ਬਣੀ। ਫਿਰ ਇਹਨੂੰ ਵਧਾ ਦਿੱਤਾ ਗਿਆ ਕਟੜਾ ਤੱਕ ਜੀ। ਠੀਕ ਹੈ ਜੀ। ਜੀ ਠੀਕ ਹੈ। ਹੁਣ ਦੇਖੋ ਅੰਮ੍ਰਿਤਸਰ ਨੂੰ ਤੁਸੀਂ ਬਾਹਰ ਕੱਢਤਾ, ਹੁਣ ਤੁਸੀਂ ਜਲੰਧਰੋਂ ਪਰਾਂ ਨੂੰ ਘੁਮਾਤਾ, ਤੇ ਅਸੀਂ ਦੇਖੋ ਦਰਿਆਲ ਪਾਰ ਤੋਂ ਅਸੀਂ ਆਉਣਾ ਹੁੰਦਾ, ਬਿਆਸ ਤੋਂ ਤੁਸੀਂ ਸਾਰੇ ਆਉਂਦੇ ਜੇ, ਬਿਆਸ ਰੁਕ ਜੇ ਪੁਲ ਤੇ ਕਿੱਧਰ ਦੀ ਆਉਂਦੇ ਜੇ ਅੰਮ੍ਰਿਤਸਰ? ਕੋਈ ਸਾਧਨ ਹੈਗਾ ਆਪਾਂ ਨੂੰ? ਜੀ ਬਿਲਕੁਲ ਸਹੀ ਹੈ ਜੀ। ਪ੍ਰੋਜੈਕਟ ਅੰਮ੍ਰਿਤਸਰ ਦੇ ਨਾਂ ਤੇ ਹੋਵੇ, ਜਦੋਂ ਫਾਈਨਲ ਹੋਣ ਲੱਗਾ ਤੇ ਹੁਣ ਸਾਨੂੰ ਕਹਿਤਾ ਕਿ ਤੁਹਾਨੂੰ 6 ਲੇਨ ਦੇ ਰਹੇ ਆ। 6 ਲੇਨ ਕਿਹੜੀ ਹੈ ਜੀ? ਜਿਹੜੀ ਆਲਰੇਡੀ ਸੜਕਾਂ ਨੂੰ ਚੌੜਿਆ ਕਰ ਰਹੇ ਆ, ਉਹ ਤੁਹਾਨੂੰ ਦੇ ਦੇਾਂਗੇ। ਉਹ ਤੇ ਫਿਰ ਦਿੱਲੀੋਂ ਵੱਡੀ ਸੜਕ ਬਣਾ ਕੇ ਲੈ ਆਉਂਦੇ, ਫਿਰ ਨਵਾਂ ਬਣਾਉਂਦੇ ਨਹੀਂ, ਫਿਰ ਅੰਮ੍ਰਿਤਸਰ ਬਾਹਰ ਕਰਤਾ ਜੀ ਇਹਦੇ ਵਿੱਚੋਂ। ਅੰਮ੍ਰਿਤਸਰ ਜਲੰਧਰੋਂ ਘੁਮਾਤੀ, ਕਰਤਾਰਪੁਰ ਜਿਹੜਾ ਫਰਨੀਚਰ ਵਾਲਾ ਘਰ ਹੈ ਉੱਥੋਂ ਘੁਮਾਤੀ ਪਰਾਂ ਨੂੰ ਇਹਨਾਂ ਨੇ ਭਲਾਥਾ ਨੂੰ। ਔਜਲਾ ਸਾਹਿਬ, ਇਹ ਤੇ ਫਿਰ ਪੰਜਾਬ ਨਾਲ ਇੱਕ ਤਰ੍ਹਾਂ ਫਿਰ ਧੋਖਾ ਕਰ ਦਿੱਤਾ ਗਿਆ। ਨੋ, ਪੰਜਾਬ ਨਾਲ ਨਹੀਂ ਹੋਇਆ ਜੀ, ਪੰਜਾਬ ਨਾਲ ਨਹੀਂ ਹੋਇਆ, ਕੱਲੇ ਅੰਮ੍ਰਿਤਸਰ ਨਾਲ ਧੋਖਾ ਹੋ ਗਿਆ ਜੀ। ਤੇ ਫਿਰ ਹਾਂਜੀ, ਕੱਲੇ ਅੰਮ੍ਰਿਤਸਰ ਨਾਲ ਧੋਖਾ। ਇਹਦੇ ਵਿੱਚ ਆਪਣੇ ਕੈਪਟਨ ਸਾਹਿਬ ਦਾ ਕੋਈ ਹੈ ਨਹੀਂ ਯੋਗਦਾਨ ਪਾਉਣਾ ਚਾਹੀਦਾ ਸੀ? ਨਹੀਂ ਜੀ, ਮੈਂ ਸਾਰਿਆਂ ਨੂੰ ਕਿਹਾ, ਤੁਸੀਂ ਮੇਰੀ ਕੱਲ ਦੀ ਇੰਟਰਵਿਊ ਦੇਖੋ, ਤੁਸੀਂ ਦੇਖੋ ਉਹਦੇ ਤੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ। ਮੈਂ ਨਹੀਂ ਕਿਹਾ ਵੀ ਕੱਲੇ ਕੈਪਟਨ ਸਾਹਿਬ ਕਰਨ, ਸਾਰਿਆਂ ਦਾ, ਹਰਮੰਦਰ ਸਾਹਿਬ ਸਾਰੇ ਨਹੀਂ ਆਉਂਦੇ। ਸੈਂਟਰ 'ਚ ਗਵਰਨਮੈਂਟ ਬੀਜੇਪੀ ਦੀ ਆ, ਕਾਲੀ ਦਲ ਮੈਡਮ ਬੀਬਾ ਜੀ ਉੱਥੇ ਮੰਤਰੀ ਨੇ, ਬਿਲਕੁਲ ਇਹਨਾਂ ਦੀ ਜ਼ਿੰਮੇਵਾਰੀ ਨਹੀਂ। ਉਹਨਾਂ ਨੇ ਕੀ ਕੀਤਾ ਇਹਦੇ ਲਈ? ਬਾਅਦ ਇੱਥੇ ਹੁਣ ਵੇਖੋ, ਮੈਨੂੰ ਮੇਰੀ ਪੂਰੀ ਗੱਲ ਸੁਣੋ ਜੀ। ਮਾਝੇ ਨੂੰ ਹਮੇਸ਼ਾ ਹੀ ਖਾਸ ਕਰ ਅੰਮ੍ਰਿਤਸਰ ਦੀ ਪਿੱਠ 'ਚ ਛੁਰਾ ਵੱਜਦਾ ਰਿਹਾ ਵਾ ਜੀ। ਜੇ ਏਮਜ਼ ਅਨਾਉਂਸਮੈਂਟ ਹੁੰਦੀ ਅੰਮ੍ਰਿਤਸਰ ਵਾਸਤੇ, ਅੰਮ੍ਰਿਤਸਰ ਦੀ ਮਹੱਤਤਾ ਨੂੰ ਲੈ ਕੇ, ਜਦੋਂ ਕੋਈ ਪ੍ਰਾਈਮ ਮਿਨਿਸਟਰ ਆਉਂਦਾ ਉਹ ਆ ਕੇ ਇੱਥੇ ਕਹਿੰਦਾ ਜੀ ਹਾਂਜੀ ਮੈਂ ਇੱਥੇ ਵੱਡਾ ਪ੍ਰੋਜੈਕਟ ਦਊਂ, ਜਦੋਂ ਵੀ ਆਉਂਦਾ। ਜਿਵੇਂ ਡਾਕਟਰ ਮਨਮੋਹਨ ਸਿੰਘ ਆਏ, ਉਹਨਾਂ ਸੈਂਟਰ ਯੂਨੀਵਰਸਿਟੀ ਦਿੱਤੀ ਜੀ, ਬਿਲਕੁਲ। ਅਰੁਣ ਜੇਤਲੀ ਆਏ, ਉਹਨਾਂ ਏਮਜ਼ ਅਨਾਉਂਸ ਕੀਤਾ। ਪਰ ਜਦੋਂ ਗਰਾਊਂਡ ਤੇ ਬਣ ਲੱਗੇ ਉਦੋਂ ਚੱਕ ਕੇ ਦੋਵੇਂ ਚੀਜ਼ਾਂ ਮਾਲਵੇ 'ਚ ਬਠਿੰਡੇ ਲੈ ਗਏ। ਅਸੀਂ ਦੇਖੋ, ਅਸੀਂ ਬਠਿੰਡੇ ਦੇ ਅਗੇਂਸਟ ਨਹੀਂ ਗਏ, ਉਹ ਨਵੀਂ ਚੀਜ਼ ਲੈ ਆਓ ਨਾ ਤੁਸੀਂ ਉਹਦੇ ਹੱਥ ਤੇ। ਸਾਡੇ ਪ੍ਰੋਜੈਕਟ ਦਿੱਤੇ ਹੋਏ ਜਦੋਂ ਫਾਈਨਲ ਹੋ ਜਾਂਦੇ ਉਦੋਂ ਚੁੱਕ ਕੇ ਕਹਿੰਦੇ ਜੀ ਇੱਥੇ ਹੁਣ ਏਮਜ਼ ਬਾਰੇ ਇਹਨਾਂ ਨੇ ਕੀ ਕਿਹਾ? ਏਮਜ਼ ਵਾਸਤੇ ਤੇ ਇਹਦੇ ਵਾਸਤੇ ਤੁਹਾਨੂੰ ਪਤਾ ਸੈਂਟਰਲ ਯੂਨੀਵਰਸਿਟੀ ਵਾਸਤੇ ਅੰਮ੍ਰਿਤਸਰ ਜ਼ਮੀਨ ਹੀ ਹੈ ਨਹੀਂ ਜੀ, ਸਾਨੂੰ ਜ਼ਮੀਨ ਹੀ ਨਹੀਂ ਮਿਲੀ ਅੰਮ੍ਰਿਤਸਰ। ਨਹੀਂ, ਦੇਖੋ ਬਿਲਕੁਲ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਹਾਂ ਜੀ ਔਜਲਾ ਸਾਹਿਬ, ਪਰ ਇਹ ਹੁਣ ਬੀਬਾ ਜੀ ਨੇ ਇਹਦੇ ਬਾਰੇ ਕੀ ਕਿਹਾ? ਜਿਹੜੇ ਅੰਮ੍ਰਿਤਸਰ ਸਿਮਰਤ ਜੀ ਕੀ ਕਹਿ ਰਹੇ ਨੇ ਇਸ ਬਾਰੇ? ਬੀਬਾ ਜੀ ਆਂਦੇ ਆ ਜਿਹੜੀਆਂ ਪਹਿਲੀਆਂ ਸੜਕਾਂ ਨਾ ਅਸੀਂ ਇਹਨਾਂ ਨੂੰ ਵੱਡਿਆ ਕਰ ਦੇਣਾ ਤੇ ਇਹ ਜੀ ਇੱਧਰ ਦੀ ਵੀ ਚਲੇ ਜਾਇਆ ਕਰਨਗੇ। ਮਤਲਬ ਬੀਬਾ ਜੀ ਇਹ ਚੀਜ਼ਾਂ ਤੇ ਸਾਡੇ ਕੋਲ ਆਲਰੇਡੀ ਹੈਗੀਆਂ ਨੇ, ਇਹ ਤੁਸੀਂ ਸਾਨੂੰ ਕੀ ਦੇਣਾ? ਬਿਲਕੁਲ। ਜੇ ਸੜਕ ਤੁਰਦੇ ਦਿੱਲੀ ਆਉਣੀ ਇਹਦੇ ਥੱਲੇ ਦੀ ਤੇ 50 ਸੜਕਾਂ ਲੰਘਣੀਆਂ ਨੇ, ਸਾਰਿਆਂ ਨੂੰ ਤੁਸੀਂ ਆਰਮ ਲਾਉਂਦੇ ਜੇ ਤੁਹਾਡੇ ਵੀ ਇੱਥੇ ਮਤਲਬ ਐਗਜ਼ਿਟ ਦਿੰਦੇ ਹੀ ਸਾਰੀਆਂ ਸੜਕਾਂ ਨੂੰ, ਇਹ 'ਚ ਤੁਸੀਂ ਕੀ ਨਵਾਂ ਦੇਣਾ ਸਾਨੂੰ? ਬਿਲਕੁਲ। ਦੇਖੋ ਔਜਲਾ ਸਾਹਿਬ, ਇੱਕ ਗੱਲ ਹੋ ਰਿਹਾ ਜਿਹੜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮਾਲਵਾ ਪਹਿਲਾਂ ਤੋਂ ਹੀ ਦੇਖੋ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਹੁੰਦੀ ਰਹੀ। ਮੋਸਟਲੀ ਜਿਹੜੇ ਲੀਡਰ ਨੇ ਆਪਣੇ ਪੋਲੀਟੀਕਲ ਜਿਹੜੇ ਨੇ ਲੀਡਰ ਨੇ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਨੇ, 50% ਇਕੱਲੇ ਮਾਲਵੇ ਵਿੱਚ ਨੇ ਤੇ 50% ਮੇਰੇ ਖਿਆਲ ਦੁਆਬਾ ਤੇ ਆਪਣਾ ਜਿਹੜਾ ਮਾਝਾ ਹੋਣਾ ਜੀ। ਤੇ ਇਹ ਕੀ ਰੀਜ਼ਨ ਹੈ ਕਿ ਮਤਲਬ ਜਿਹੜਾ ਜ਼ਿਆਦਾ ਪੋਲੀਟੀਕਲ ਲੀਡਰ ਜਿਹੜੇ ਮਾਲਵੇ ਵਿੱਚ ਕਿਉਂ ਹੁੰਦੇ ਨੇ?
ਭਾਜੀ ਇਹ ਤੇ ਪੰਜਾਬ ਵਾਲਿਆਂ ਨੂੰ ਸੋਚਣਾ ਹੋਊਗਾ, ਜਿਹੜੇ ਲੋਕ ਜਿਹੜੇ ਇੱਥੋਂ ਦੇ ਇਹ ਤੇ ਮੇਰਾ ਇੰਨੇ ਵਿੱਚ ਤੱਕ ਨਹੀਂ ਸੋਚਦਾ। ਪਰ ਮੈਂ ਤੁਹਾਨੂੰ ਅਸਲੀਅਤ ਦੱਸਣੀ ਚਾਹੁੰਦਾ, ਇਹ ਤੇ ਚਲੋ ਪੰਜਾਬ ਦਾ ਲੀਡਰ ਬਣਨਾ ਕੋਈ ਬਣ ਜਾਏ, ਅਸੀਂ ਤੇ ਪੰਜਾਬ ਹੀ ਗਿਣਦੇ ਆ, ਪਰ ਅਸੀਂ ਇਹਨੇ ਮਾਲਵੇ ਮਾਝੇ ਦੀ ਕੋਈ ਗੱਲ ਨਹੀਂ, ਔਰ ਇਕੱਠੇ ਆ। ਪਰ ਇੱਕ ਮਹੱਤਵਪੂਰਨ ਸ਼ਹਿਰ ਹੋਵੇ, ਇਤਿਹਾਸਿਕ ਸ਼ਹਿਰ ਹੋਵੇ, ਜਿਹਦਾ ਮਤਲਬ ਸਦੀਆਂ ਤੋਂ ਜਿਹਦੀ ਇੱਕ ਮਹੱਤਤਾ ਹੋਵੇ, ਤੇ ਤੁਸੀਂ ਉਹਦੇ ਨਾਲ ਹਰ ਵਾਰੀ ਪੇਠੀ ਛੁਰਾ ਕੇ ਮਾਰਦੇ ਜੀ ਹਰ ਵਾਰੀ। ਤੁਹਾਨੂੰ ਪਤਾ ਇਹਨਾਂ ਕੀ ਲਿਖਿਆ? ਮੈਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕੀ ਲਿਖਿਆ। ਪ੍ਰੋਜੈਕਟ ਜਿਹੜਾ ਇਹਨਾਂ ਨੇ ਸਾਡਾ ਅਲਾਈਨਮੈਂਟ ਕੈਂਸਲ ਕੀਤੀ ਆ ਜੀ, ਇਹ ਚ ਲਿਖਿਆ ਗਿਆ ਜਦੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੇ ਅੱਗੇ ਪਠਾਨਕੋਟ ਜਾਂਦੇ ਰਾਹ ਚ ਪਹਾੜ ਆਉਂਦੇ ਤੇ ਟਨਲ ਬਣਾਉਣੀਆਂ ਪੈਂਦੀਆਂ ਜੀ, ਤੇ ਸਾਨੂੰ ਕਾਸਟ ਬੜੀ ਵੱਧ ਜਾਂਦੀ। ਮੰਨਦੇ ਜਿਹਾ ਗੱਲਾਂ, ਦੇਖੋ ਬੇਹੋਦਾ ਗੱਲਾਂ ਜੀ। ਬਣਾਉਣਾ ਹੋਵੇ ਤੇ ਬਣਾਇਆ ਜਾ ਸਕਦਾ। ਇੱਕ ਹੋਰ ਛੋਟਾ ਜਿਹਾ ਸਵਾਲ ਸੀਗਾ ਜੀ, ਬਿਕਰਮਜੀਤ ਮਜੀਠੀਆ ਜੀ ਕਹਿ ਰਹੇ ਨੇ ਕਿ ਸਾਰਾ ਦੋਸ਼ ਹੁਣ ਕਾਂਗਰਸ ਤੇ ਸੁੱਟ ਰਹੇ ਨੇ ਇਸ ਚੀਜ਼ ਦਾ। ਮੈਨੂੰ ਹੁਣ ਤੁਹਾਡੇ ਮਾਧਿਅਮ ਰਾਹੀਂ ਮੈਂ ਤੇ ਪਹਿਲੋਂ ਕਹਿੰਦਾ ਕਿ ਆਹ ਸਮਾਂ ਰਾਜਨੀਤੀ ਦਾ ਨਹੀਂਗਾ। ਬਿਕਰਮਜੀਤ ਮਜੀਠੀਆ ਨੂੰ ਗੱਲ ਸਮਝਣੀ ਚਾਹੀਦੀ ਆ। ਤੇ ਬਿਕਰਮਜੀਤ ਸਿੰਘ ਮਜੀਠੀਆ ਇਹ ਦੱਸੇ ਵੀ ਜਿਹੜੀਆਂ ਟੈਸਟ ਕਿੱਟ ਨੇ ਉਹ ਤੇ ਸੈਂਟਰ ਨੇ ਦੇਣੀਆਂ ਨੇ ਜੀ, ਉਹ ਤੇ ਆਪ ਤੇ ਖਰੀਦ ਨਹੀਂ ਸਕਦਾ ਕੋਈ, ਉਹਦੇ ICMR ਦੀ ਗਾਈਡਲਾਈਨ ਨੇ ਜੀ, ਇੰਡੀਆ ਕਾਉਂਸਲ ਆਫ ਮੈਡੀਕਲ ਰਿਸਰਚ ਵਾਲਿਆਂ ਦੀ ਗਾਈਡਲਾਈਨ ਦੇ ਨਾਲ ਉਹ ਤੁਸੀਂ ਲੈ ਸਕਦੇ, ਉਹਨਾਂ ਨੇ ਹੀ ਪ੍ਰੋਵਾਈਡ ਕਰਨੀਆਂ ਨੇ। ਤੇ ਫਿਰ ਇਹ ਬੀਬਾ ਜੀ ਦੱਸਣ ਵੀ ਉੱਥੇ ਮੰਤਰੀ ਨੂੰ ਪੁੱਛਣ ਵੀ ਤੁਸੀਂ ਕਿੱਟਾਂ ਕਿਉਂ ਨਹੀਂ ਦੇ ਰਹੇ ਪੰਜਾਬ ਨੂੰ ਟੈਸਟ ਕਰਨ ਵਾਸਤੇ ਜੀ। ਬਿਲਕੁਲ ਪੁੱਛਣ ਨਾ, ਪਰ ਇਹ ਇਲਜ਼ਾਮਬਾਜ਼ੀ ਆ। ਇਹ ਇਲਜ਼ਾਮਬਾਜ਼ੀ ਦਾ ਕੋਈ ਅੰਤ ਨਹੀਂ ਹੁੰਦਾ, ਜਿੰਨੀ ਮਰਜ਼ੀ ਕਰ ਲਈਏ। ਉਹਨਾਂ ਨੂੰ ਇਹਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਕਿ ਜਦੋਂ ਟੈਸਟ ਕਿਟ ਹੀ ਨਹੀਂ ਹੈਗੀ ਤੇ ਟੈਸਟ ਕਿਹਦੇ ਨਾਲ ਕਰਦੀ ਹੈ ਜੀ, ਦੱਸੋ ਜੀ। ਕਰਮਵੀਰ ਸੰਧੂ ਜੀ ਕੀ ਕਹਿਣਾ ਚਾਹ ਰਹੇ ਹੋ? ਹਾਂਜੀ ਔਜਲਾ ਸਾਹਿਬ, ਇੱਕ ਮੈਂ ਹੋਰ ਕੁਐਸਚਨ ਅੱਜ ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ, ਕਿਉਂਕਿ ਜਿਹੜੀ ਤੁਸੀਂ ਗੱਲ ਕਰੀ ਨਾ ਅੰਮ੍ਰਿਤਸਰ ਨਾਲ, ਜੇ ਤੁਸੀਂ ਇਤਿਹਾਸ ਵੱਲ ਝਾਤੀ ਮਾਰੀ ਹੈ ਤੇ 1967-68 ਦੇ ਵਿੱਚ ਜਿਵੇਂ ਕਿ ਯੂਨੀਵਰਸਿਟੀ ਮਿਲਣੀ ਸੀ ਪੰਜਾਬ ਨੂੰ, ਤੇ ਉਦੋਂ ਇੱਕ ਬੜਾ ਵੱਡਾ ਰੇਡਕਾ ਆ ਗਿਆ ਕਿ ਜਲੰਧਰ ਆਉਣੀ ਚਾਹੀਦੀ ਆ DAV ਦੇ ਨਾਂ ਤੇ। ਉਹ ਤੇ ਭਲਾ ਹੋਏ 1969 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ 500 ਸਾਲਾ ਆ ਗਿਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਉਹ ਖਾਲਸਾ ਕਾਲਜ ਨੇ ਜ਼ਮੀਨ ਦੇ ਕੇ ਉੱਥੇ ਬਣਾ ਲਈ। ਨਹੀਂ ਤੇ ਉਹ ਜਿਹੜਾ ਪ੍ਰੋਜੈਕਟ ਸੀ ਉਹ ਵੀ ਅੰਮ੍ਰਿਤਸਰ ਨਹੀਂ ਆਉਣਾ ਸੀ। ਉਹ ਬੜਾ ਸਾਲ 4-5 ਸਾਲ DAV ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਪਸ ਵਿੱਚ ਬਣੀ ਨਹੀਂ ਆ। ਇਹ ਹਿਸਟਰੀ ਹੈਗੀ, ਜਿਹੜੇ ਪੜ੍ਹੇ ਨੇ ਖਾਲਸਾ ਕਾਲਜ ਤੋਂ ਸਾਰਿਆਂ ਨੂੰ ਪਤਾ ਹੈਗਾ ਇਤਿਹਾਸ ਬਾਰੇ। ਨਹੀਂ ਇਹ ਵੇਖੋ, ਮੈਂ ਦੇਖੋ ਗੱਲ ਇਹ ਆ, ਇੱਕ ਨਹੀਂ ਨੇਕਾਂ ਮਿਸਾਲਾਂ ਨੇ ਜਿਹੜੇ ਸਾਡੇ ਪ੍ਰੋਜੈਕਟ ਕੈਂਸਲ ਹੋਏ। ਮੈਂ ਤੇ ਉਹ ਦੱਸਣਿਆ ਜਿਹੜੇ ਦੂਜੇ ਬੰਨੇ ਜਾ ਕੇ ਧਰਤੀ ਤੇ ਨਿਕਲ ਆਏ ਆ। ਹੁਣ ਜਿਹੜੇ ਸਾਨੂੰ ਪ੍ਰੋਜੈਕਟ ਜਿਹੜੇ ਸੈਂਟਰ ਜਿਹੜੇ ਕੰਮ ਮਿਲੇ ਵੀ ਨਾ ਅੰਮ੍ਰਿਤਸਰ ਨੂੰ ਕੇਂਦਰ ਸਰਕਾਰ ਦੇ, ਹੁਣ ਦੇਖੋ IIM ਮਿਲਿਆ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜੀ, ਠੀਕ ਹੈ ਜੀ। 5 ਸਾਲ ਦਾ ਡਾਇਰੈਕਟਰ ਨਹੀਂ ਲੱਗਾ। ਮੈਂ ਮਤਲਬ ਮਨ ਨਹੀਂ ਕਰਦਾ ਇਸ ਗੱਲ ਦਾ। ਮੈਂ ਉੱਥੇ ਪਾਰਲੀਮੈਂਟ ਚ ਗਾਹ ਪਾ ਕੇ ਰੌਲਾ ਪਾ ਕੇ ਮੰਤਰੀਆਂ ਨੂੰ ਮਿਲ ਕੇ ਉਹਦਾ ਡਾਇਰੈਕਟਰ ਲਵਾਇਆ। ਜੇ ਡਾਇਰੈਕਟਰ ਨਾ ਲੱਗਦਾ ਉਹਦੀ ਬਿਲਡਿੰਗ ਵੇਖੋ, ਪਹਿਲਾਂ 7 ਸੀ ਮਿਲੇ ਸਾਰੇ ਦੁਨੀਆ 'ਚ, ਸਾਰੇ ਹਿੰਦੁਸਤਾਨ 'ਚ, ਜਦੋਂ ਡਾਕਟਰ ਮਨਮੋਹਨ ਸਿੰਘ ਹੋਣਾ ਦਿੱਤੇ ਸੀ ਸਾਰੇ ਤਾਂ ਬਣ ਕੇ ਤਿਆਰ ਹੋ ਗਏ। ਸਾਡੀ ਅਜੇ ਬਿਲਡਿੰਗ ਨਹੀਂ ਤਿਆਰ ਹੋਈ। ਤੁਸੀਂ ਮੰਨਦੇ ਜੀ? ਬੜਾ ਜ਼ੋਰ ਲਾ ਕੇ ਡਾਇਰੈਕਟਰ, ਕੋਈ ਡਾਇਰੈਕਟਰ ਨਾ ਲੱਗਦਾ ਤੇ ਬਿਲਡਿੰਗ ਨਹੀਂ ਬਣਨੀ। ਹੁਣ ਡਾਇਰੈਕਟਰ ਲੱਗਾ, ਹੁਣ ਆ ਕੇ ਬਿਲਡਿੰਗ ਬਣਨੀ ਸ਼ੁਰੂ ਹੋਈ 6 ਸਾਲਾਂ ਬਾਅਦ। ਬਹੁਤ ਵਧੀਆ ਜੀ। ਔਰ ਇਹਦੇ ਬਣਦਿਆਂ ਹੀ ਅਜੇ ਬਣਿਆ ਨਹੀਂਗਾ ਤੇ ਸਬ ਸੈਂਟਰ ਜਿਹੜਾ ਆ ਉਹ ਮੋਹਾਲੀ ਅਨਾਉਂਸ ਵੀ ਕਰ ਦਿੱਤਾ ਹੈ IIM ਦਾ। ਅੱਛਾ ਜੀ। ਹਾਂਜੀ ਮੇਰੇ ਖਿਆਲ ਨਾਲ ਉੱਥੇ ਆ ਦੇ ਇਹਨਾਂ ਦੀ ਨੀਅਤ ਆ। ਕੀ ਕਰੀਏ ਹੁਣ ਜੀ? ਨਹੀਂ ਇਹਦੇ ਵਿੱਚ ਮੈਂ ਜਿੱਦਾਂ ਅੰਮ੍ਰਿਤਸਰ ਦੀਆਂ ਉਹ ਇੱਕ ਅੜਿੱਕਾ ਦੌੜ ਨਹੀਂ ਤਾਂ ਬੰਨ ਕੇ ਦਿਖਾਉਂਦੇ ਆ, ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈਗਾ ਅੰਮ੍ਰਿਤਸਰ ਦਾ, ਰਾਜਸਥਾਨ ਸੀ ਅੱਜ ਦਾ ਨਹੀਂ, ਬੜੀਆਂ ਸੋਹਣੀਆਂ ਫਲਾਈਟਾਂ। ਤੁਸੀਂ ਪਿੱਛੇ ਜੇ ਇੱਕ ਫਲਾਈਟ ਲੈ ਕੇ ਗਏ ਸੀ ਬਰਮਿੰਘਮ ਤੋਂ, ਇਹ ਜਿਹੜੀਆਂ ਤੁਹਾਨੂੰ ਲੱਗਦਾ ਨਹੀਂ ਜੇ ਕੋਈ ਵੀ 에ਅਰਲਾਈਨ ਇੱਥੋਂ ਫਲਾਈਟ ਲੈ ਕੇ ਜਾਵੇ ਤਾਂ ਹਾਈਲੀ ਪ੍ਰੋਫਿਟੇਬਲ ਜਿਹੜੇ ਹਿਸਾਬ ਨਾਲ NRI ਜਾਂ ਪੰਜਾਬੀ ਲੋਕ। ਤੁਸੀਂ ਇੱਕ ਚੀਜ਼ ਦੇਖੋ ਜੀ, ਅਸੀਂ ਜਦੋਂ ਦਾ ਮੈਂ ਪਾਰਲੀਮੈਂਟ 'ਚ ਗਿਆ 17 ਦਾ, ਅਨੇਕਾਂ ਵਾਰ ਮਤਲਬ ਮੈਂ ਇੱਕ ਕਲਰਕ ਦੀ ਤਰ੍ਹਾਂ ਕੰਮ ਕਰਨਾ ਪੈਂਦਾ। ਤੁਹਾਨੂੰ ਸੱਚੀ ਗੱਲ ਦੱਸਾਂ, ਕੋਈ ਪਾਰਲੀਮੈਂਟ ਵਾਲਾ ਮੈਂ ਉਹ ਨਹੀਂ ਮਤਲਬ ਹਟਾਇਆ ਵੀ ਜਿਹੜਾ ਪਾਰਲੀਮੈਂਟ ਵਾਲਾ ਸੀ। ਇੱਕ ਤੁਸੀਂ ਮਤਲਬ ਕੋਈ ਵੀ ਬੰਦਾ ਇੱਧਰ ਨੂੰ ਧਿਆਨ ਦੇਣ ਨੂੰ ਨਹੀਂ ਤਿਆਰ। ਚਲੋ ਫਿਰ ਵੀ ਮੈਂ ਥੈਂਕਸ ਕਰਦਾ ਚਲੋ ਸੈਂਟਰ ਗਵਰਨਮੈਂਟ ਦਾ ਵੀ ਕਿ ਉਹਨਾਂ ਨੇ ਸਾਡੀ ਗੱਲ ਸੁਣ ਕੇ ਕੁਛ ਨਾ ਕੁਛ ਅੱਗੇ ਨਾਲੋਂ ਸੁਧਾਰ ਕੀਤਾ ਆ। ਹੁਣ ਦੇਖੋ ਬ੍ਰਿਟਿਸ਼ 에ਅਰਵੇਜ਼ ਆ, ਅਸੀਂ ਬੜੀ ਅਪਰੋਚ ਕੀਤੀ ਕਿ ਬ੍ਰਿਟਿਸ਼ 에ਅਰਵੇਜ਼ ਅੰਮ੍ਰਿਤਸਰ ਆਵੇ ਜੀ, ਠੀਕ ਹੈ ਜੀ। ਹੁਣ ਜਦੋਂ ਸਿਟੀਜ਼ਨ ਵਾਪਸ ਜਾਣੇ ਸੀ ਇੱਥੋਂ ਅੰਮ੍ਰਿਤਸਰ ਤੋਂ, ਹਾਂਜੀ ਜੀ, ਜਦ ਇੰਡੀਆ ਤੋਂ ਵਾਪਸ ਆਉਣੇ ਸੀ ਇੰਗਲੈਂਡ ਦੇ ਜੀ, ਉਦਾਂ ਸੈਂਟਰ ਵਾਲੇ ਆਂਦੇ ਆ ਜੀ ਨਹੀਂ ਦਿੱਲੀੋਂ ਚੱਲੂਗਾ। ਹੁਣ ਦਿੱਲੀੋਂ ਕਿਉਂ ਨਹੀਂ ਜਹਾਜ਼ ਭਰੇ ਇਹਨਾਂ ਦੇ? ਹੁਣ ਕਿਉਂ ਅੰਮ੍ਰਿਤਸਰ ਆਈਆਂ ਫਲਾਈਟਾਂ ਸਾਰੀਆਂ? ਬਿਲਕੁਲ ਗੱਲ ਤੁਹਾਡੀ ਸਹੀ ਹੈ। ਕਿਉਂਕਿ ਪੈਸੇਂਜਰ ਹੀ ਅੰਮ੍ਰਿਤਸਰ ਦੇ ਹੁਣ ਤੁਹਾਨੂੰ ਚੇਤਾ ਆ ਗਿਆ ਵੀ ਪੈਸੇਂਜਰ ਅੰਮ੍ਰਿਤਸਰ ਦੇ ਆ ਜੀ, ਉੱਥੇ ਪੰਜਾਬ ਦੇ, ਤੁਸੀਂ ਅੰਮ੍ਰਿਤਸਰ ਨਾਲ ਪੁਜਾ। ਪਹਿਲਾਂ ਜਦੋਂ ਤੁਹਾਨੂੰ ਰੌਲਾ ਪਾਉਣੇ ਉਦੋਂ ਕਹਿੰਦੇ ਜੀ ਅੰਮ੍ਰਿਤਸਰ ਦਾ ਪੈਸੇਂਜਰ ਹੈ ਨਹੀਂ, ਸੌਰੀ ਪੰਜਾਬ ਦਾ ਪੈਸੇਂਜਰ ਹੈ ਨਹੀਂਗਾ, ਇਹ ਸਾਰੇ ਦਿੱਲੀ ਦੇ ਜੀ, ਦਿੱਲੀ ਆਉਣਾ ਚਾਹੀਦਾ ਬ੍ਰਿਟਿਸ਼ 에ਅਰਵੇਜ਼। ਦੇਖੋ ਇਹ ਬਿਤਕਰਾ ਬ੍ਰਿਟਿਸ਼ 에ਅਰਵੇਜ਼ ਦੀਆਂ ਅੱਖਾਂ ਖੁੱਲੀਆਂ ਜਾ ਕੇ ਕਿ ਅਸਲੀ ਕਹਾਣੀ ਕੀ ਆ। ਅੱਛਾ ਜੀ। ਲੱਗਦਾ ਨਹੀਂ ਕੁੱਬੇ ਤੇ ਲੱਤ ਕਾਰੀ ਆਉਣ ਵਾਲੀ ਗੱਲ ਹੋ ਜੇ ਸਾਡੀ
ਸ਼ਾਇਦ ਕੁਝ ਸਾਡਾ ਰੱਬ ਤੇ ਹੈ ਹੀ ਆ, ਉਹ ਤੇ ਹੋਊ ਕਿਉਂ ਨਾ। ਬਿਲਕੁਲ ਪੋਸੀਬਲ ਇਜ਼ ਨਥਿੰਗ, ਕੋਈ ਵੀ ਚੀਜ਼ ਅਸੰਭਵ ਨਹੀਂ ਹੈਗੀ। ਸੋ ਜਿਹੜਾ ਭਾਰਤਮਾਲਾ ਵਾਲਾ ਪ੍ਰੋਜੈਕਟ ਹੈ ਦੀ ਲੜਾਈ ਸ਼ੁਰੂ ਹੋਈ ਹੈ, ਬੜੀ ਲੰਬੀ ਚੱਲਣੀ ਆ। ਮੈਂ ਤਾਂ ਇੱਕੋ ਬੇਨਤੀ ਕਰੂੰ, ਕੋਈ ਮਾਝਾ ਮਾਲਵਾ ਭੁੱਲ ਜਾਓ, ਜਿਹੜੇ ਗੁਰੂ ਨਗਰੀ ਨੂੰ ਪਿਆਰ ਕਰਦੇ, ਜਿਹੜੇ ਹਰਮੰਦਰ ਸਾਹਿਬ ਨੂੰ ਪਿਆਰ ਕਰਦੇ, ਘੱਟੋ ਘੱਟ ਚਾਹੇ ਉਹ ਮਾਲਵੇ ਵਾਲੇ ਵੀ ਨੇ, ਦੇਖੋ ਜੇ ਬਣ ਗਿਆ ਸਾਰੇ ਇੱਥੇ ਆਉਣਾ ਹੈ, ਇੱਥੋਂ ਜਾਣਾ। ਸਾਨੂੰ ਦੇਖੋ, ਮੈਂ ਮਾਫ ਕਰਨਾ, ਗੱਲ ਮੇਰੀ ਪੂਰੀ ਸੁਣ ਦਿਓ ਜੀ। ਤੇ ਔਜਲਾ ਸਾਹਿਬ ਬਹੁਤ ਬਹੁਤ ਧੰਨਵਾਦ। ਦਿੱਲੀ ਜੀ ਮੋਗਾ ਦੇ ਲਾਗੋਂ ਦੀ ਹੁੰਦੇ ਹੋਏ ਚਲੇ ਜਾਣਾ। ਹਾਂਜੀ ਤੇ ਔਜਲਾ ਸਾਹਿਬ ਜੀ ਮਦਦ ਕਰੋ ਇਹਨੂੰ ਬਣਾਉਣ ਦੀ, ਜਿੱਥੇ ਕੋਈ ਤੁਹਾਡਾ ਲੀਡਰ ਹੈ ਕੋਈ ਉਹਨੂੰ ਕਹੋ ਭਾਈ ਇਸ ਪ੍ਰੋਜੈਕਟ 'ਚ ਲੱਤ ਨਾ ਅੜਾਓ, ਇਹਦੇ 'ਚ ਤਗੜੇ ਹੋ ਕੇ ਸਾਥ ਦਿਓ, ਬਸ ਇੰਨੀ ਮੇਰੀ ਬੇਨਤੀ। ਔਜਲਾ ਸਾਹਿਬ ਤੁਹਾਡੀ ਅਸੀਂ ਜਿਹੜੀ ਗੱਲ ਹੈ ਉਹ ਅਸੀਂ ਆਪਣੇ ਟੀਵੀ ਦੇ ਮਾਧਿਅਮ ਰਾਹੀਂ, ਕਿਉਂਕਿ ਸਾਡਾ NRI ਬੇਸ ਆ ਸਾਰੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, USA 'ਚ ਵੇਖਿਆ ਜਾਂਦਾ ਟੀਵੀ ਨੂੰ। ਅਸੀਂ NRI ਨੂੰ ਵੀ ਅਪੀਲ ਕਰਦੇ ਹਾਂ ਕਿ ਥੋੜਾ ਜਿਹਾ ਪ੍ਰੈਸ਼ਰ ਜਿੱਥੇ ਵੀ, ਜਿੱਦਾਂ ਵੀ ਜਿਹੜੇ ਵੀ ਇੱਥੇ ਸਾਡੇ ਹਾਈ ਕਮਿਸ਼ਨ ਹੈਗੇ ਨੇ ਇੰਡੀਆ ਦੇ, ਉਹਨਾਂ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾਵੇ। ਔਰ ਇੰਡੀਆ ਦੇ ਵਿੱਚ ਜਿੱਥੇ ਜਿਹਦੀ ਕੋਈ ਜਾਣ ਪਛਾਣ ਹੈਗੀ ਆ, ਕਿਉਂਕਿ ਜਿੱਦਾਂ ਕਹਿ ਰਹੇ ਨੇ ਗੋਲਡਨ ਟੈਂਪਲ ਸਾਰਿਆਂ ਦਾ ਸਾਂਝਾ ਵਾ, ਇਹ ਕੋਈ ਸਟੇਟ ਦਾ ਮੁੱਦਾ ਨਹੀਂ ਹੈਗਾ। ਇਹ ਤੇ ਮੱਕੇ ਮਦੀਨੇ ਵਾਂਗੂ ਆ ਕਿ ਜਿੱਥੇ ਵੀ ਕੋਈ ਸਿੱਖ ਵਸਦਾ ਉਹਦਾ ਫਰਜ਼ ਬਣਦਾ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਕੁਝ ਨਾ ਕੁਝ ਐਫਰਟ ਕੀਤੇ ਜਾਣ। ਬਿਲਕੁਲ ਔਜਲਾ ਸਾਹਿਬ, ਮੈਂ ਤੁਹਾਨੂੰ ਇੱਕ ਇੰਟਰਵਿਊ ਭੇਜੂ, ਕਿਰਪਾ ਕਰਕੇ ਉਹ ਚਲਾ ਦਿਓ, ਉਹ 'ਚ ਤੁਹਾਨੂੰ ਸਾਰੀ ਪਿਕਚਰ ਗੱਲ ਕਲੀਅਰ ਹੋ ਜਾਊਗੀ ਵੀ ਹੈ ਕੀ, ਕਿਉਂਕਿ ਹੁਣ ਲੰਮੀ ਗੱਲ ਆਪਾਂ ਕਰ ਨਹੀਂ ਸਕਣਾ, ਮੈਨੂੰ ਪਤਾ ਤੁਹਾਡਾ ਵੀ ਟਾਈਮ ਨਾ ਹੁੰਦਾ। ਮੈਂ ਤੁਹਾਨੂੰ ਮੈਨੂੰ WhatsApp ਭੇਜ ਦਿਓ, ਮੈਂ ਤੁਹਾਨੂੰ ਹੁਣੇ ਉਹਦਾ ਭੇਜ ਦਿੰਦਾ ਇੰਟਰਵਿਊ ਜਿਹੜੀ ਮੈਂ PC ਕੀਤੀ, ਉਹ ਤੋਂ ਤੁਹਾਨੂੰ ਸਾਰੀ ਪਿਕਚਰ ਕਲੀਅਰ ਹੋ ਜਾਊਗੀ ਕੀ ਹੈ। ਤੇ ਔਜਲਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਮਤਲਬ ਜਿਸ ਤਰ੍ਹਾਂ ਉਹਨੇ ਆਪਣਾ ਮੋਹਾਲੀ ਵਾਲਾ 에ਅਰਪੋਰਟ ਸ਼ੁਰੂ ਕਰ ਲਿਆ ਤੇ ਉਹਨੇ ਅੰਮ੍ਰਿਤਸਰ ਵੱਲ ਨੂੰ ਡਿਵੈਲਪ ਨਹੀਂ ਕਰਨ ਦੀ ਕੋਸ਼ਿਸ਼ ਕੀਤੀ, ਇਹਦੇ ਪਿੱਛੇ ਕੀ ਰੀਜ਼ਨ ਆ? ਆ ਤੁਹਾਡੇ ਸਾਹਮਣੇ ਰੀਜ਼ਨ ਤੁਹਾਨੂੰ ਬਣਾ ਦੇ ਦਿੱਤੇ ਸਾਰੇ, ਹੋਰ ਮੈਂ ਤੁਹਾਨੂੰ ਕੀ ਦੱਸਾਂ। ਨਹੀਂ ਪਰ ਇਹਨੂੰ ਇੰਟਰਨੈਸ਼ਨਲ ਬਣਾਉਣਾ ਚਾਹੀਦਾ ਸੀ। ਮੈਂ ਨਹੀਂ ਆਂਦਾ, ਤੁਸੀਂ 10 ਬਣਾਓ, ਸਾਨੂੰ ਕੋਈ ਇਤਰਾਜ਼ ਕੋਈ ਮੇਰਾ ਉਹਦੇ ਤੇ ਨਹੀਂ ਹੈਗਾ ਕਿੰਤੂ ਪਰੰਤੂ, ਪਰ ਜਿੱਦਾਂ ਉਹਦੇ ਲਈ ਕੰਮ ਕਰਦੇ ਉਹਦਾ ਸਾਡੇ ਲਈ ਵੀ ਕਰੋ ਨਾ। ਬਿਲਕੁਲ ਉਹੀ ਗੱਲ ਕਰਦਾ, ਇੱਧਰ ਕਿਉਂ ਵਿਤਕਰਾ ਕਰਦੇ ਆ ਇਹ? ਅਸੀਂ ਇਹ ਹਰਮੰਦਰ ਸਾਹਿਬ ਜੋ ਸਿੱਖਾਂ ਦੀ ਰਾਜਧਾਨੀ, ਇਸ ਕਰਕੇ ਉਹਨਾਂ ਦੀ ਹੁੰਦਾ ਹੀ ਇਹਦੇ ਚ ਉਹੀ ਮੈਂ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਕਿ ਕੁਝ ਤਾਕਤਾਂ ਨਹੀਂ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਔਜਲਾ ਸਾਹਿਬ, ਤੁਸੀਂ ਨੌਜਵਾਨਾਂ ਲਈ ਬਹੁਤ ਵੱਡੀ ਮਿਸਾਲ ਹੋ ਔਜਲਾ ਸਾਹਿਬ, ਕਿਉਂਕਿ ਤੁਸੀਂ ਬੜੀ ਜੰਗ ਦੇ ਵਿੱਚ ਇੰਨੀਆਂ ਜਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ, ਤੇ ਅਸੀਂ ਉਮੀਦ ਕਰੀਏ ਕਿ ਤੁਸੀਂ ਜਿਹੜੇ ਗੁਰਜੀਤ ਸਿੰਘ ਔਜਲਾ ਜੀ ਨੇ ਆਪਣੀ ਜ਼ਿੰਮੇਵਾਰੀ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਆ, ਤੇ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਹੋਰ ਜਿਹੜੇ ਰਾਜਨੀਤੀ ਵਾਲੇ ਜਿਹੜੇ ਕੰਮ ਕਰ ਰਹੇ ਨੇ ਬੰਦੇ ਰਾਜਨੀਤੀ ਦੇ ਵਿੱਚ ਉਹ ਸੇਧ ਲੈਣਗੇ ਤੇ ਆਪਣਾ ਫਰਜ਼ ਪਛਾਣਨਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਨਗਾਰਾ TV ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਤੁਹਾਡਾ ਤੁਸੀਂ ਸਾਡੇ ਲਈ ਇੰਨਾ ਟਾਈਮ ਕੱਢਿਆ ਅੱਜ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ TV ਦੀ ਸਾਰੀ ਟੀਮ ਵੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।